ਤੇ ਖੁਦਾ ਹੈ, ਹਰ ਥਾਂ ਤੇ ਪਰਮਾਤਮਾ ਹੈ, ਰੱਬ ਹੈ। ਪਰ ਜਿਹਦੇ ਅੰਦਰ ਕਹਿੰਦੇ ਤ੍ਰਿਸ਼ਨਾ, ਉਹਦੇ ਲਈ ਤੇ ਕਿਤੇ ਵੀ ਰੱਬ ਨਹੀਂ। ਇਸ ਲਈ ਅਰਦਾਸ ਮਾਲਕ ਦੇ ਅੱਗੇ ਕਰੀਏ, ਕਿਉਂਕਿ ਉਹਦੇ ਅੱਗੇ ਸਾਡਾ ਜ਼ੋਰ ਨਹੀਂ ਚੱਲਣਾ। ਬਸ ਅਰਦਾਸ ਹੀ ਦੋਏ ਕਰ ਜੋੜ ਕਰੋ, ਅਰਦਾਸ ਤੁਧ ਭਾਵੈ ਤਾਂ ਆਣੇ ਰਾਸ। ਮੇਰਾ ਕੰਮ ਹੈ ਅਰਦਾਸ ਕਰਨਾ। ਮਾਲਕ ਜੀ ਉਹਨੂੰ ਸੁਣ ਕੇ ਕਿਵੇਂ ਬਖਸ਼ਿਸ਼ ਦੇਣੀ ਹੈ ਤੁਹਾਡਾ ਕੰਮ ਹੈ। ਸਾਡਾ ਕੰਮ ਹੈ ਭੋਜਨ ਖਾਣਾ, ਵਧੀਆ ਖਾਣਾ ਹੈ ਕਿ ਨਹੀਂ ਖਾਣਾ ਉਹ ਸਾਡੇ 'ਤੇ ਡਿਪੈਂਡ ਕਰਦਾ ਹੈ, ਕਿਉਂਕਿ ਜਿੱਦਾਂ ਦਾ ਖਾਵਾਂਗੇ ਪਚ ਕੇ ਰਸ ਵੀ ਉੱਦਾਂ ਦਾ ਹੀ ਬਣਨਾ ਹੈ। ਬੀਜ ਪਾਉਣਾ ਸਾਡਾ ਕੰਮ ਹੈ, ਪਰ ਫਲ ਲਾਉਣਾ ਉਹਦਾ ਕੰਮ ਹੈ। ਫਲ ਕਿਹੜਾ ਲਾਉਣਾ ਹੈ? ਇਸ ਲਈ ਇਹ ਦਾਤਾਂ ਮਾਲਕ ਦੀਆਂ ਨੇ। ਜੇ ਉਹ ਦੇਣਾ ਚਾਹਵੇ ਤੇ ਜਗਾ ਕੇ ਦੇ ਦਿੰਦਾ ਹੈ, ਸੁੱਤਿਆਂ ਨੂੰ ਉਠਾਲ ਕੇ ਦੇ ਦਿੰਦਾ ਹੈ, ਤੇ ਜੇ ਉਹ ਨਾ ਦੇਵੇ ਤੇ ਜਾਗਦਿਆਂ ਨੂੰ ਵੀ ਨਹੀਂ ਦਿੰਦਾ। ਇਹ ਉਸ ਮਾਲਕ ਦੀ ਖੇਡ ਹੈ ਜੀ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ। ਦੀਦਾਰ ਪੂਰੇ ਪਾਏ ਸਾ, ਥਾਉ ਨਾਹੀ ਖਾਏ ਕਾ। ਜਿਹੜੇ ਸਿਦਕਵਾਨ ਹੁੰਦੇ ਨੇ ਨਾ, ਉਹਨਾਂ ਦੇ ਪੱਲੇ ਸਬਰ ਹੁੰਦਾ ਹੈ, ਉਹਨਾਂ ਦੇ ਕੋਲ ਸੰਤੋਖ ਹੁੰਦਾ ਹੈ, ਉਹਨਾਂ ਦੇ ਕੋਲ ਸ਼ੁਕਰਾਨਾ ਹੁੰਦਾ ਹੈ। ਜਿਹੜੇ ਕਹਿਣ ਲੱਗੇ ਸਿਦਕਵਾਨ ਹੁੰਦੇ ਨੇ, ਤੇ ਜਿਹੜੇ ਸਬਰ ਵਾਲੇ ਹੁੰਦੇ ਆ, ਸਬਰ ਦਾ ਅਰਥ ਹੁੰਦਾ ਸਹਿਨਸ਼ੀਲਤਾ ਵਾਲੇ, ਵੀ ਇੰਨਾ ਵੱਡਾ ਸਬਰ ਹੈ ਉਹਨਾਂ ਦੇ ਕੋਲ। ਉਹਨਾਂ ਕੋਲ ਫਿਰ ਮਾਲਕ ਦੀਆਂ ਬਖਸ਼ਿਸ਼ਾਂ ਦਾ ਤੋਸਾ ਹੁੰਦਾ ਹੈ। ਤੋਸਾ ਮੈਨੇ ਖਜ਼ਾਨਾ ਹੁੰਦਾ ਹੈ ਉਹਨਾਂ ਕੋਲ। ਜਿਹੜੇ ਸਿਦਕ ਵਾਲੇ ਹੁੰਦੇ ਨੇ ਉਹਨਾਂ ਦੇ ਕੋਲ ਸਬਰ ਹੁੰਦਾ ਹੈ, ਤੇ ਜਿਹੜੇ ਸਬਰ ਵਾਲੇ ਹੁੰਦੇ ਨੇ ਉਹਨਾਂ ਕੋਲ ਮਾਲਕ ਦੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਹੁੰਦਾ ਹੈ। ਹੁਣ ਜਿਨ੍ਹਾਂ ਦੇ ਅੰਦਰ ਸਿਦਕ ਹੀ ਨਹੀਂ ਹੈ, ਜਿਹੜੇ ਸਿਦਕਵਾਨ ਨਹੀਂ ਹੈ, ਉਹਨਾਂ ਅੰਦਰ ਸਬਰ ਨਹੀਂ ਹੈ, ਤੇ ਜਿਨ੍ਹਾਂ ਅੰਦਰ ਸਬਰ ਨਹੀਂ ਹੈ ਉਹਨਾਂ ਕੋਲ ਮਾਲਕ ਦਾ ਖਜ਼ਾਨਾ ਵੀ ਨਹੀਂ ਹੈ। ਜਿਨ੍ਹਾਂ ਨੇ ਸਬਰ ਦਾ ਅਰਥ ਸਹਿਨਸ਼ੀਲਤਾ ਵੀ ਹੁੰਦਾ ਹੈ। ਸਾਡੇ ਅੰਦਰ ਸਹਿਨ ਕਰਨ ਵਾਲੀ ਤਾਕਤ ਵੀ ਹੋਣੀ ਚਾਹੀਦੀ ਹੈ, ਜੋ ਦਿਨੋਂ ਦਿਨ ਘਟ ਰਹੀ ਹੈ। ਸਹਿਨਸ਼ੀਲਤਾ ਕਿੱਥੇ ਹੈ ਸਾਡੇ 'ਚ? ਅਸੀਂ ਤੇ ਆਪਣੇ ਮਾਪਿਆਂ ਦੀ ਗੱਲ ਨਹੀਂ ਸਹਿਨ ਕਰ ਪਾ ਰਹੇ, ਤੇ ਬਾਹਰ ਦਿਆਂ ਦੀ ਕਿੱਥੋਂ ਕਰ ਲਾਂਗੇ? ਅੱਜ ਸਹਿਨਸ਼ੀਲਤਾ ਇੰਨੀ ਘਟ ਚੁੱਕੀ ਹੈ ਸਾਡੇ ਵਿੱਚ ਕਿ ਛੋਟੇ ਜਿਹੇ ਬੱਚੇ ਨੂੰ ਹੀ ਦੇਖ ਲਓ ਤੁਸੀਂ, ਉਹ ਵੀ ਮਾਂ-ਬਾਪ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ, ਤੇ ਬਾਹਰ ਦੀ ਗੱਲ ਕਿੱਥੋਂ ਬਰਦਾਸ਼ਤ ਕਰ ਲੇਗਾ? ਕਿਉਂਕਿ ਸਾਡਾ ਰਹਿਣ ਸਹਿਣ ਖਾਣ ਪੀਣ ਹੀ ਇੱਦਾਂ ਦਾ ਹੋ ਚੁੱਕਾ ਹੈ। ਬੜਾ ਪ੍ਰਭਾਵ ਪੈਂਦਾ ਇਹਦੇ ਨਾਲ ਵੀ। ਸਾਡੇ ਰਹਿਣ ਸਹਿਣ ਔਰ ਖਾਣ ਪੀਣ ਦਾ ਵੀ ਬੜਾ ਪ੍ਰਭਾਵ ਸਾਡਾ ਪੈਂਦਾ ਹੈ। ਹੁਣ ਮਾਂ ਨੇ ਜੋ ਹੱਥਾਂ ਨਾਲ ਬਣਾਇਆ ਸੀ, ਉਹਦੇ ਵਿੱਚ ਮਮਤਾ ਸੀ, ਉਹਦੇ 'ਚ ਪਿਆਰ ਘੁਲਿਆ। ਇਕੱਲਾ ਉਹ ਇਹ ਨਹੀਂ ਸੀ ਵੀ ਮਾਂ ਨੇ ਦਾਲ ਫੁਲਕਾ ਬਣਾਇਆ, ਉਹਦੇ ਵਿੱਚ ਮਾਂ ਦਾ ਪਿਆਰ ਵੀ ਸੀ। ਉਸ ਮਾਂ ਦੇ ਪਿਆਰ ਨੂੰ ਜਦੋਂ ਦਾਲ ਫੁਲਕੇ ਨੂੰ ਖਾਣਾ ਸੀ ਤੇ ਮਾਂ ਦੀ ਮਮਤਾ ਵੀ ਅੰਦਰ ਜਾਣੀ ਸੀ। ਪਰ ਹੁਣ ਉਹ ਘਰ ਜਿੰਨਾ ਮਰਜ਼ੀ ਵਧੀਆ ਬਣਾ ਕੇ ਰੱਖੇ, ਸਾਨੂੰ ਸਵਾਦ ਹੀ ਨਹੀਂ ਲੱਗਦਾ, ਸਾਨੂੰ ਚੰਗਾ ਹੀ ਨਹੀਂ ਲੱਗਦਾ। ਭਾਵੇਂ ਬਾਹਰ 100 ਗੁਣਾ ਵੱਧ ਮਾਂ ਨੇ ਸਫਾਈ ਨਾਲ ਘਰ ਬਣਾਇਆ ਹੋਵੇ, ਸਾਫ ਸੁਥਰਾ ਭੋਜਨ, ਨਹੀਂ ਚੰਗਾ ਲੱਗਦਾ, ਭੁੱਖ ਹੀ ਨਹੀਂ ਲੱਗਦੀ। ਤੇ ਜੇ ਕਦੇ ਵੀ ਬਾਹਰੋਂ ਮੰਗਾਦੇ ਆ ਫਿਰ ਭੁੱਖ ਲੱਗ ਜਾਂਦੀ ਹੈ। ਫਿਰ ਭਾਵੇਂ ਤੁਸੀਂ ਸਾਰੇ ਦਿਨ ਖਵਾਈ ਜਾਓ, ਇਹ ਥੱਕਦਾ ਹੀ ਕੋਈ ਨਹੀਂ ਹੈ। ਉਹਦੇ ਵਿੱਚ ਭਾਵੇਂ ਪਤਾ ਨਹੀਂ ਕੀ ਕੁਛ ਮਿਲਿਆ ਹੋਵੇ, ਕੀ ਕੁਛ ਉਹਨੇ ਮਿਲਾਇਆ ਹੋਵੇ, ਪਤਾ ਨਹੀਂ ਕੀ ਉਹਦੇ ਵਿੱਚ, ਕਿੰਨਾ ਕੁਛ ਉਹਦੇ ਵਿੱਚ ਡਿੱਗਿਆ ਹੋਵੇ। ਕੋਈ ਜੀਵ ਜੰਤੂ ਜਿੰਨੇ ਮਰਜ਼ੀ ਉਹਦੇ 'ਚ ਘੁਲੇ ਮਿਲੇ ਹੋਣ, ਉਹ ਸਵਾਦ ਲੱਗਦੇ ਆ, ਪਰ ਮਾਂ ਦੇ ਹੱਥਾਂ ਦਾ ਭੋਜਨ ਨਹੀਂ ਚੰਗਾ ਲੱਗਦਾ। ਫਿਰ ਸਹਿਨਸ਼ੀਲਤਾ ਅੰਦਰ ਕਿਵੇਂ ਬਣਨੀ ਸੀ? ਆ ਬਾਹਰ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ, ਬੇਫਜ਼ੂਲ ਗੱਲਾਂ ਚੰਗੀਆਂ ਲੱਗਦੀਆਂ ਨੇ, ਪਰ ਦਾਤੇ ਦੇ ਬੋਲ ਚੰਗੇ ਨਹੀਂ ਲੱਗਦੇ। ਸਹਿਨਸ਼ੀਲਤਾ ਕਿੱਥੋਂ ਆਉਣੀ ਸੀ? ਸਾਡੇ ਕੋਲੋਂ ਨਿੰਦਾ ਚੁਗਲੀ ਬੁਰਿਆਈ ਜਿੰਨੀ ਮਰਜ਼ੀ ਕਰਵਾ ਲਓ, ਅਸੀਂ ਨਹੀਂ ਥੱਕਦੇ ਹਾਂ। ਜਦੋਂ ਉਹਦੇ ਗੁਣ ਗਾਉਣੇ ਹੋਣ ਤੇ ਥੱਕ ਜਾਂਦੇ ਹਾਂ। ਸਹਿਨਸ਼ੀਲਤਾ ਕਿੱਥੋਂ ਆਉਣੀ ਸੀ? ਸਾਡੇ ਸੁਭਾਅ ਦੇ ਵਿੱਚ ਐਸਾ ਸੁਭਾਅ ਕਿਵੇਂ ਆਏਗਾ? ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ। ਇੱਥੇ ਤੇ ਭਲਾ ਕਰਨ ਵਾਲੇ ਦਾ ਵੀ ਭਲਾ ਨਹੀਂ ਹੁੰਦਾ,
ਕਿਉਂ ਨਹੀਂ ਐਸਾ ਸੁਭਾਅ? ਕਿਉਂਕਿ ਹਜੇ ਸਾਨੂੰ ਉਹ ਬਾਣੀ ਚੰਗੀ ਨਹੀਂ ਲੱਗ ਰਹੀ। ਸਾਡੇ ਅੰਦਰ ਉਹ ਸਹਿਨਸ਼ੀਲਤਾ, ਬਰਦਾਸ਼ਤ ਕਰਨ ਦੀ ਹੱਦ ਹੀ ਨਹੀਂ ਹੈ ਸਾਡੇ ਅੰਦਰ। ਦਿਨੋਂ ਦਿਨ ਜੋ ਮਾਹੌਲ ਬਣਦਾ ਜਾ ਰਿਹਾ ਹੈ, ਇਹਦਾ ਕਾਰਨ ਕੀ ਹੈ? ਕਿ ਅਸੀਂ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਅਸੀਂ ਸਿਸਟਮ ਐਸਾ ਬਣਾਈਏ ਕਿ ਵਾਹਿਗੁਰੂ ਕਿਰਪਾ ਕਰਨ, ਆਪਣਾ ਵੀ ਜੀਵਨ ਤੇ ਆਪਣੇ ਪਰਿਵਾਰ ਬੱਚਿਆਂ ਦੇ ਘਰ ਵਿੱਚ ਐਸਾ ਸਿਸਟਮ ਬਣਾਈਏ ਕਿ ਇਹਨਾਂ ਨੂੰ ਉਹ ਗੁਣ ਦਈਏ ਜਿਨ੍ਹਾਂ ਨਾਲ ਇਹ ਸਹਿਨਸ਼ੀਲਤਾ ਦੇ ਮਾਲਕ ਬਣਨ, ਸਬਰ ਸੰਤੋਖ ਇਹਨਾਂ ਦੇ ਅੰਦਰ ਆਵੇ। ਅੱਜ ਦੇਖ ਲਓ ਕਿੰਨਾ ਚਿੜਚਿੜਾਪਨ ਹੈ, ਮਾੜੀ ਮਾੜੀ ਗੱਲ ਤੇ ਗੁੱਸਾ ਆ ਜਾਂਦਾ ਹੈ, ਕ੍ਰੋਧ ਆ ਜਾਂਦਾ ਹੈ, ਅੱਗ ਬੁੱਬ। ਚਲੋ ਇੱਕ ਸਿਆਣਾ ਬੰਦਾ ਗੁੱਸੇ ਵਿੱਚ ਆਵੇ ਤੇ ਮੰਨਦੇ ਆ, ਛੋਟੇ ਛੋਟੇ ਬੱਚੇ ਨਹੀਂ ਮੰਨ ਅੱਜ ਦੇ। ਕਿਉਂ? ਉਹਦਾ ਕਾਰਨ ਕੀ ਹੈ? ਸਾਨੂੰ ਦੇਖਣਾ ਪੈਣਾ। ਇੰਨਾ ਵੀ ਮਾਇਆਵੀ ਦੌੜ ਵਿੱਚ ਨਾ ਦੌੜਦੇ ਰਹੀਏ ਕਿ ਸਾਨੂੰ ਆਪਣੇ ਪਰਿਵਾਰ ਬੱਚਿਆਂ ਦਾ ਖਿਆਲ ਹੀ ਨਾ ਰਵੇ ਕਿ ਇਹ ਮਾਹੌਲ ਕਿਉਂ ਬਣਿਆ, ਕਿਵੇਂ ਬਣਿਆ, ਕਿਸ ਤਰ੍ਹਾਂ ਬਣਿਆ, ਇੱਥੇ ਕਿੱਥੇ ਕਮੀ ਰਹਿ ਗਈ ਹੈ। ਸਾਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ ਜੇ ਆਉਣ ਵਾਲੇ ਸਮੇਂ 'ਚ ਮਾਹੌਲ ਨੂੰ ਚੰਗਾ ਬਣਾਉਣਾ ਚਾਹੁੰਦੇ ਹਾਂ। ਸਤਿਗੁਰੂ ਮਹਾਰਾਜ ਨੇ ਆਖਿਆ, ਜਿਹਦੇ ਵਿੱਚ ਸਿਦਕ ਹੈ ਉਹਦੇ ਵਿੱਚ ਸਬਰ ਹੈ, ਤੇ ਜਿਹਦੇ ਵਿੱਚ ਸਬਰ ਹੈ ਉਹਦੇ ਕੋਲ ਫਿਰ ਦੈਵੀ ਗੁਣਾਂ ਦਾ ਖਜ਼ਾਨਾ ਹੈ। ਸਾਹਿਬ ਕਹਿੰਦੇ, ਸਿਦਕ ਸਬੂਰੀ ਸਾਧਿਕਾ। ਸਾਧਿਕਾ ਦਾ ਅਰਥ ਹੈ ਸਿਦਕਵਾਨ। ਜਿਹੜੇ ਸਿਦਕਵਾਨ ਨੇ ਉਹ ਸਿਦਕ ਸਬੂਰੀ, ਉਹਨਾਂ ਦੇ ਕੋਲ ਸਬਰ ਤੇ ਸੰਤੋਖ ਹੈ। ਸਬਰ ਵੀ ਹੈ, ਸੰਤੋਖ ਭਾਵ ਉਹਨਾਂ ਦਾ ਮਨ ਸੰਤੁਸ਼ਟ ਵੀ ਹੈ। ਕਿੰਨਾ ਸਬਰ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੀ ਧਰਤੀ ਤੇ ਅੰਗਰੇਜ਼ਾਂ ਨੇ ਆਪਣਾ ਕਬਜ਼ਾ ਕੀਤਾ ਨਾ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅੰਗਰੇਜ਼ ਪਰਖਦੇ ਸੀ ਵੀ ਇਹਨਾਂ 'ਚ ਸਬਰ ਕਿੰਨਾ ਕੁ ਹੈ। ਉਹ ਬਕਾਇਦਾ ਉਹਨਾਂ ਨੂੰ ਪਰਖਦੇ ਸੀ, ਇੱਕ ਨੂੰ ਬਜ਼ੁਰਗ ਨੂੰ, ਇੱਕ ਨੂੰ ਜਵਾਨ ਨੂੰ, ਦੋਵਾਂ ਨੂੰ ਇੱਕੋ ਹੀ ਕਮਰੇ ਵਿੱਚ ਕੈਦ ਕਰਕੇ ਕਿੰਨੇ ਕਿੰਨੇ ਦਿਨ ਭੁੱਖੇ ਰੱਖਣਾ। ਕਿੰਨੇ ਕਿੰਨੇ ਦਿਨ ਭੁੱਖੇ ਰੱਖਣ ਤੋਂ ਬਾਅਦ ਇੱਕ ਰੋਟੀ ਉਹਨਾਂ ਨੇ ਥਾਲੀ ਵਿੱਚ ਪਾ ਕੇ ਤੇ ਉਸ ਜਿਹੜੇ ਕੈਦੀ ਕਮਰੇ ਵਿੱਚ ਕੈਦ ਕੀਤੇ ਜਾਂਦੇ ਆ ਨਾ ਕੈਦਖਾਨੇ 'ਚ, ਉਹ ਰੱਖ ਦੇਣੀ ਵੀ ਦੇਖਣਾ ਇਹਨਾਂ 'ਚ ਸਬਰ ਕਿੰਨਾ ਹੈ। ਤੇ ਆਪ ਉਹਨਾਂ ਅੰਗਰੇਜ਼ ਜਿਹੜੇ ਸੀ ਉਹਨਾਂ ਨੇ ਲੁੱਕ ਜਾਣਾ, ਲੁੱਕ ਕੇ ਵੇਖਣਾ ਵੀ ਇਹ ਇੱਕ ਰੋਟੀ ਪਿੱਛੇ ਲੜਦੇ ਆ, ਕਿਉਂਕਿ ਇੰਨੇ ਦਿਨਾਂ ਤੋਂ ਦੋਵੇਂ ਹੀ ਭੁੱਖੇ ਨੇ, ਨੌਜਵਾਨ ਵੀ ਤੇ ਬਜ਼ੁਰਗ ਵੀ ਦੋਵੇਂ ਹੀ ਭੁੱਖੇ ਨੇ, ਇੱਕ ਰੋਟੀ ਪਿੱਛੇ ਲੜਦੇ ਆ ਕਿ ਨਹੀਂ ਲੜਦੇ। ਫਿਰ ਉਹ ਲੁੱਕ ਕੇ ਦੇਖਦੇ ਸੀ, ਤੇ ਜਦੋਂ ਦੇਖਦੇ ਸੀ ਤੇ ਹੈਰਾਨ ਹੋ ਜਾਂਦੇ ਸੀ। ਨੌਜਵਾਨ ਨੇ ਬਜ਼ੁਰਗ ਅੱਗੇ ਆਖਿਆ, ਬਜ਼ੁਰਗੋ ਮੈਂ ਤੇ ਹਜੇ ਜਵਾਨ ਆ, ਮੇਰੇ ਕੋਲ ਤਾਂ ਤਾਕਤ ਹੈ, ਸਹਿਨ ਕਰਨ ਵਾਸਤੇ ਤਾਕਤ ਹੈ, ਮੈਂ ਤੇ ਕਈ ਦਿਨ ਭੁੱਖੇ ਰਹਿ ਲਾਂਗਾ। ਤੁਸੀਂ ਬਜ਼ੁਰਗੋ, ਤੁਸੀਂ ਇੱਕ ਰੋਟੀ ਤੁਸੀਂ ਖਾ ਲਓ। ਤੇ ਬਜ਼ੁਰਗ ਨੇ ਆਖਣਾ, ਨਹੀਂ ਪੁੱਤਰਾ, ਮੇਰਾ ਕੀ ਹੈ, ਮੈਂ ਤਾਂ ਜ਼ਿੰਦਗੀ ਹੰਢਾ ਲਈ ਹੈ, ਮੈਂ ਤਾਂ ਜ਼ਿੰਦਗੀ ਆਪਣੀ ਲੰਘਾ ਚੁੱਕਾ ਹਾਂ, ਤੂੰ ਹਜੇ ਜਵਾਨੀਆਂ ਮਾਨਣੀਆਂ ਨੇ, ਤੂੰ ਖਾ ਲੈ, ਮੇਰੀ ਚਿੰਤਾ ਛੱਡ, ਤੂੰ ਖਾ ਲੈ ਇੱਕ ਰੋਟੀ। ਨੌਜਵਾਨ ਕਹਿੰਦਾ, ਨਹੀਂ, ਮੇਰੇ ਵਿੱਚ ਤਾਂ ਹਜੇ ਜੋਬਨ ਦੀ ਤਾਕਤ ਹੈ, ਤੁਸੀਂ ਖਾ ਲਓ, ਤੁਸੀਂ ਬਜ਼ੁਰਗ ਹੋ। ਬਸ ਖਾਂਦਾ ਕੋਈ ਨਹੀਂ ਪਿਆ, ਸਬਰ ਦੇਖੋ ਦੋਵਾਂ ਵਿੱਚ, ਖਾ ਕੋਈ ਵੀ ਨਹੀਂ ਰਿਹਾ। ਉਹ ਕਹਿੰਦਾ ਤੁਸੀਂ ਖਾ ਲਓ, ਉਹ ਕਹਿੰਦਾ ਤੁਸੀਂ ਖਾ ਲਓ। ਅੰਗਰੇਜ਼ਾਂ ਦਾ ਸਿਰ ਝੁਕ ਗਿਆ ਕਿ ਕੈਸਾ ਇਹਨਾਂ ਵਿੱਚ ਸਹਿਨਸ਼ੀਲਤਾ ਹੈ, ਕਿੰਨਾ ਇਹਨਾਂ ਵਿੱਚ ਸਬਰ ਹੈ। ਇੰਨੇ ਦਿਨ ਭੁੱਖਣ ਭਾਣੇ ਰਹਿਣ ਤੋਂ ਬਾਅਦ ਵੀ ਫਿਰ ਵੀ ਲੜ ਨਹੀਂ ਰਹੇ ਆਪਸ ਵਿੱਚ, ਫਿਰ ਵੀ ਇੱਕ ਦੂਜੇ ਨਾਲ ਉਲਝ ਨਹੀਂ ਰਹੇ। ਇੰਨਾ ਸਬਰ, ਇੰਨੀ ਸਹਿਨਸ਼ੀਲਤਾ ਹੈ। ਕਿਉਂ ਹੈ? ਕਿਉਂਕਿ ਉਹਨਾਂ ਦੇ ਅੰਦਰ ਗੁਰਬਾਣੀ ਦਾ ਰਸ ਹੈ, ਕਿਉਂਕਿ ਅੰਦਰ ਸਬਰ ਬਣਾ ਦਿੱਤਾ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਵਾਲੀ ਖੇਡ ਹੈ ਉਹਨਾਂ ਦੇ ਅੰਦਰ। ਤੇ ਅਸੀਂ ਮਾੜੀ ਮਾੜੀ ਗੱਲ ਤੇ ਉਲਝ ਰਹੇ ਹਾਂ। ਅਸੀਂ ਮਾੜੀ ਮਾੜੀ ਗੱਲ ਦੇ ਉੱਤੇ ਸਹਿਨਸ਼ੀਲਤਾ ਆਪਣੀ ਖਤਮ ਕਰਕੇ ਆਪਣਾ ਆਪਾ ਗਵਾ ਕੇ ਇੱਕ ਦੂਜੇ ਤੇ ਉਲਝ ਰਹੇ ਹਾਂ, ਝਗੜ ਰਹੇ ਹਾਂ। ਪਤਾ ਨਹੀਂ ਕੀ ਕੁਛ ਸਮਾਜ ਵਿੱਚ ਹੋ ਰਿਹਾ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਅੰਦਰ ਸਬਰ ਨਹੀਂ ਰਿਹਾ। ਕਾਰਨ ਇਹ ਹੈ ਕਿ ਅਸੀਂ ਸਿਦਕਵਾਨ ਨਹੀਂ ਰਹੇ, ਸਹਿਨਸ਼ੀਲਤਾ ਨਹੀਂ ਸਾਡੇ ਅੰਦਰ ਰਹੀ।
ਕਿੰਨਾ ਏਡਾ ਵੱਡਾ ਸਬਰ ਦੇ ਦਿੱਤਾ ਗੁਰੂ ਸਾਹਿਬ ਨੇ ਕਿ ਆਰੇ ਦੇ ਨਾਲ 2 ਫਾੜ ਹੋ ਰਿਹਾ। ਇੰਨਾ ਸਬਰ, ਇੰਨੀ ਸਹਿਨਸ਼ੀਲਤਾ। ਸਾਨੂੰ ਤੇ ਮਾੜਾ ਜਿਹਾ ਕਿਤੇ ਕੋਈ ਨਾਲ ਖਹਿ ਵੀ ਜਾਏ ਨਾ ਤੇ ਅਸੀਂ ਉਹਨੂੰ ਗਰਦਨ ਤੋਂ ਪਕੜ ਲੈਂਦੇ ਹਾਂ ਵੀ ਤੂੰ ਮੇਰੇ ਨਾਲ ਟੱਚ ਕਿਉਂ ਕਰ ਗਿਆ। ਜੇ ਕਿਤੇ ਸੰਗਤ ਵਿੱਚ ਬੈਠਿਆਂ ਹੋਇਆਂ ਕੋਈ ਚੱਲਦੇ ਹੋਏ ਦਾ ਕਿਸੇ ਦਾ ਪੈਰ ਵੀ ਨਾਲ ਲੱਗ ਜਾਏ, ਉਹ ਅੱਖਾਂ ਕੱਢਦਾ ਵੀ ਤੇਰਾ ਪੈਰ ਮੇਰੇ ਨਾਲ ਕਿਵੇਂ ਲੱਗ ਗਿਆ। ਸਾਡੇ ਕੋਲ ਤਾਂ ਇੰਨੀ ਸਹਿਨਸ਼ੀਲਤਾ ਨਹੀਂ ਹੈ ਕਿ ਅਸੀਂ ਕੋਈ ਮਾੜਾ ਜਿਹਾ ਸਾਡੇ ਨਾਲ ਲੱਗ ਗਿਆ ਤੇ ਅਸੀਂ ਅੱਖਾਂ ਲਾਲ ਕਰ ਲੈਂਦੇ ਹਾਂ। ਪਰ ਕਿੰਨੀ ਸਹਿਨਸ਼ੀਲਤਾ ਹੈ ਕਿ ਆਰੇ ਦੇ ਦੰਦੇ ਚੀਰ ਰਹੇ ਨੇ ਪਰ ਉੱਥੇ ਕੋਈ ਨਹੀਂ ਡੋਲ ਰਿਹਾ। ਮਾਵਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਝੋਲੀ ਵਿੱਚ ਪਾ ਦਿੱਤੇ, ਕਿੰਨੀ ਸਹਿਨਸ਼ੀਲਤਾ ਹੈ। ਅਸੀਂ ਉਹਨਾਂ ਬਜ਼ੁਰਗਾਂ ਦੀ ਦੇਣ ਕਰਕੇ ਅੱਜ ਇਹ ਖੁਸ਼ੀਆਂ ਮਾਣਦੇ ਪਏ ਹਾਂ ਜਿਨ੍ਹਾਂ ਨੇ ਇੰਨੀ ਸਹਿਨਸ਼ੀਲਤਾ ਰੱਖ ਕੇ ਏਡੀਆਂ ਵੱਡੀਆਂ ਸਿਦਕਵਾਨਾਂ ਨੇ ਸਿਦਕ ਨਹੀਂ ਹਾਰਿਆ। ਇੰਨਾ ਵੱਡਾ ਸਿਦਕ, ਇੰਨਾ ਵੱਡਾ ਭਰੋਸਾ, ਇੰਨੀ ਸਹਿਨਸ਼ੀਲਤਾ ਸੀ ਉਹਨਾਂ ਅੰਦਰ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਗੁਰੂ ਦਾ ਦਰ ਸਿੱਖੀ ਨਹੀਂ ਛੱਡੀ। ਤੇ ਸਾਡੇ 'ਚ ਕਿੰਨਾ ਕੁ ਸਿਦਕ ਹੈ, ਸਾਡੇ 'ਚ ਤਾਂ ਕਿੰਨਾ ਕੁ ਸਿਦਕ ਹੈ। ਮਾੜੀ ਜੀ ਗੱਲ ਹੋਵੇ ਤੇ ਬੰਦਾ ਕਹਿੰਦਾ ਗੁਰੂ ਦਾ ਦਰ ਹੀ ਛੱਡਿਆ, ਸਿੱਖੀ ਛੱਡੀ। ਅਸੀਂ ਤੇ ਸਿੱਖੀ ਗੁਰੂ ਦੀ ਛੱਡਣ ਨੂੰ ਤਿਆਰ ਹੋ ਜਾਂਦੇ ਹਾਂ, ਪਰ ਇਹ ਨਹੀਂ ਪਤਾ ਕਿ ਇਹ ਸਿੱਖੀ ਦੀ ਦਾਤ ਕਿੰਨਾ ਦੀ ਕੁਰਬਾਨੀ ਕਰਕੇ ਮਿਲੀ ਹੈ। ਉਹਨਾਂ ਸਿਦਕਵਾਨਾਂ ਨੂੰ ਤੇ ਚੇਤੇ ਕਰਨ ਨੂੰ ਤਿਆਰ ਹਾਂ, ਪਰ ਸਿਦਕਵਾਨ ਬਣਨ ਨੂੰ ਤਿਆਰ ਨਹੀਂ ਹੈ। ਸਬਰ ਤੇ ਸੰਤੋਖ ਵਾਲਿਆਂ ਦੀਆਂ ਗੱਲਾਂ ਕਰਨ ਨੂੰ ਤੇ ਤਿਆਰ ਹਾਂ, ਪਰ ਸਬਰ ਤੇ ਸੰਤੋਖ ਵਾਲਾ ਜੀਵਨ ਬਣਾਉਣ ਨੂੰ ਤਿਆਰ ਨਹੀਂ ਹੈ। ਅਸੀਂ ਸ਼ਹੀਦਾਂ ਨੂੰ ਚੇਤੇ ਕਰਨ ਨੂੰ ਤਾਂ ਤਿਆਰ ਹਾਂ, ਪਰ ਅਸੀਂ ਉਹਨਾਂ ਦੇ ਰਾਹ 'ਤੇ ਤੁਰਨ ਨੂੰ ਤਿਆਰ ਨਹੀਂ ਹਾਂ। ਅਸੀਂ ਕਬੀਰ ਸਾਹਿਬ ਤੁਹਾਡੇ ਸ਼ਲੋਕ ਤਾਂ ਪੜ੍ਹਨ ਨੂੰ ਤਿਆਰ ਹਾਂ, ਪਰ ਦੱਸੇ ਹੋਏ ਸ਼ਲੋਕਾਂ ਮੁਤਾਬਕ ਚੱਲਣ ਨੂੰ ਤਿਆਰ ਨਹੀਂ ਹਾਂ। ਤੇ ਗੱਲ ਕਿਵੇਂ ਬਣੇਗੀ? ਗੁਰੂ ਤੇਗ ਬਹਾਦਰ ਸਾਹਿਬ ਜੀ, ਜੇ ਸਾਨੂੰ ਪਾਠੀ ਸਿੰਘ ਤੁਹਾਡੇ ਸ਼ਲੋਕ ਨਾ ਸੁਣਾਵੇ, ਅਸੀਂ ਉਹਦੇ 'ਤੇ ਗੁੱਸਾ ਕਰਨ ਨੂੰ ਤਾਂ ਤਿਆਰ ਹਾਂ ਕਿ ਤੂੰ ਸਾਨੂੰ ਸ਼ਲੋਕ ਕਿਉਂ ਨਹੀਂ ਪੜ੍ਹ ਕੇ ਸੁਣਾਇਆ, ਪਰ ਉਹਨਾਂ ਸ਼ਲੋਕਾਂ 'ਤੇ ਚੱਲਣ ਨੂੰ ਤਿਆਰ ਨਹੀਂ ਆ। ਬੜੀਆਂ ਨੇ ਗੱਲਾਂ, ਸਮਾਂ ਲੰਘਦਾ ਜਾ ਰਿਹਾ, ਗੱਲਾਂ ਬਹੁਤ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਘਰ ਲਿਆ ਕੇ ਅਖੰਡ ਪਾਠ ਸਾਹਿਬ ਕਰਾਉਣ ਨੂੰ ਤਾਂ ਤਿਆਰ ਹਾਂ, ਪਰ ਕੋਲ ਬੈਠ ਕੇ ਸੁਣਨ ਨੂੰ ਤਿਆਰ ਨਹੀਂ ਆ। ਸੁਣਨ ਨੂੰ ਤਿਆਰ ਨਹੀਂ ਆ। ਅਸੀਂ ਵੱਡੇ ਸਮਾਗਮ ਜਿਹੜੇ ਆ ਇਹ ਕਰਨ ਵਾਸਤੇ ਤੇ ਤਿਆਰ ਹਾਂ, ਪਰ ਬੈਠ ਕੇ ਅਸੀਂ ਬਾਣੀ ਸੁਣਨ ਨੂੰ ਤਿਆਰ ਨਹੀਂ ਹਾਂ। ਫਿਰ ਇਹ ਸਬਰ ਕਿੱਥੋਂ ਆਏਗਾ? ਫਿਰ ਇਹ ਸਿਦਕ ਸਬੂਰੀ ਸਾਧਕਾ ਵਾਲੀ ਖੇਡ ਕਿਵੇਂ ਬਣੇਗੀ? ਫਿਰ ਸਬਰ ਤੋਸਾ ਮਲਾਇਕਾ ਇਹ ਕਿਵੇਂ ਦੈਵੀ ਗੁਣ ਅੰਦਰ ਆਉਣਗੇ? ਨਿਰੀਆਂ ਗੱਲਾਂ ਨਾਲ ਨਹੀਂ ਆਉਣੇ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਸਾਹਿਬ ਕਹਿ ਰਿਹਾ। ਹੁਣ ਧਿਆਨ ਲਾ ਕੇ ਸੁਣਿਓ। ਮਹਾਰਾਜ ਕਹਿੰਦੇ ਗੱਲਾਂ ਨਾਲ ਨਹੀਂ ਇਹ ਗੱਲ ਬਣਦੀ, ਕਮਾਈ ਕਰਨੀ ਪੈਣੀ ਆ। ਉਸ ਰਾਹ ਉੱਤੇ ਤੁਰਨਾ ਪਏਗਾ, ਤਾਂ ਸਿਦਕਵਾਨਾਂ ਵਾਂਗੂ ਸਿਦਕ ਬਣਾਉਣਾ ਪੈਣਾ ਹੈ। ਜਿਹੜੇ ਸਹਿਨਸ਼ੀਲਤਾ ਦੇ ਮਾਲਕ ਸੀ ਉਹਨਾਂ ਵੱਲ ਵੇਖ ਕੇ ਅੰਦਰ ਸਹਿਨ ਵਾਲੀ ਤਾਕਤ ਬਣਾਉਣੀ ਪੈਣੀ ਆ। ਨਿਰੀਆਂ ਗੱਲਾਂ ਨਾਲ ਨਹੀਂ ਗੱਲ ਬਣਨੀ। ਹੁਣ ਪੂਰੀ ਪੰਕਤੀ ਸੁਣਿਓ। ਸਿਦਕ ਸਬੂਰੀ ਸਾਧਕਾ। ਸਾਧਕਾ ਸਿਦਕਵਾਨਾਂ ਕੋਲ ਸਿਦਕ ਤੇ ਸਬੂਰੀ ਇਹ 2 ਗੁਣ ਹੁੰਦੇ ਨੇ। ਫਿਰ ਸਬਰ ਤੋਸਾ ਮਲਾਇਕਾ। ਮਲਾਇਕਾ ਕਹਿੰਦੇ ਦੈਵੀ ਗੁਣ ਵਾਲੇ, ਜਿਨ੍ਹਾਂ ਵਿੱਚ ਦੈਵੀ। ਇਹ ਧਿਆਨ ਰੱਖਿਓ, ਅਰਬੀ ਜਿਹੜੀ ਭਾਸ਼ਾ ਹੈ ਨਾ, ਉਹਦੇ ਵਿੱਚੋਂ ਵਰਤੇ ਹੋਏ ਲਫ਼ਜ਼ ਨੇ। ਕਹਿਣ ਲੱਗੇ ਜਿਨ੍ਹਾਂ ਕੋਲ ਸਬਰ ਹੈ। ਤੋਸਾ, ਤੋਸਾ ਤੁਸੀਂ ਸਮਝਦੇ ਹੋ, ਹਰ ਕਾ ਨਾਮ ਉਹਾਂ ਸੰਗ ਤੋਸਾ। ਤੋਸਾ ਮੈਨੇ ਖਜ਼ਾਨਾ, ਰਾਹ ਖਰਚ। ਉਹਨਾਂ ਕੋਲ ਹੀ ਰੱਬੀ ਬਾਣੀ ਦਾ ਖਜ਼ਾਨਾ ਹੁੰਦਾ ਹੈ, ਜਿਨ੍ਹਾਂ ਦੇ ਕੋਲ ਸਬਰ, ਸਿਦਕ, ਸੰਤੋਖ, ਸ਼ੁਕਰਾਨੇ ਵਾਲਾ ਗੁਣ ਹੋਵੇ। ਮਲਾਇਕਾ ਦਾ ਅਰਥ ਹੈ ਦੈਵੀ ਗੁਣਾਂ ਵਾਲਿਆਂ ਦੇ ਕੋਲ। ਹੁਣ ਅੱਗੇ ਮਹਾਰਾਜ ਕਹਿੰਦੇ ਦੀਦਾਰ ਪੂਰੇ ਪਾਏ ਸਾ। ਦੀਦਾਰ ਪੂਰੇ ਦਾ ਕੌਣ ਪਾਏਗਾ? ਪੂਰੇ ਦਾ ਦੀਦਾਰ ਕੌਣ ਕਰੇਗਾ? ਸਬਰ ਸਿਦਕ ਸਬੂਰੀ ਸਾਧਕਾ। ਜਿਸ ਸਿਦਕਵਾਨ ਦੇ ਕੋਲ ਸਬਰ ਹੈ, ਸੰਤੋਖ ਹੈ, ਉਹਨੇ ਪੂਰੇ ਦਾ ਦੀਦਾਰ ਪਾਉਣਾ ਹੈ, ਉਹਨੇ ਪੂਰੇ ਦਾ ਦਰਸ਼ਨ ਕਰਨਾ ਹੈ, ਉਹਨੂੰ ਪੂਰੇ ਦਾ ਦੀਦਾਰ ਹੋਵੇਗਾ। ਇਸ ਲਈ ਕਹਿੰਦੇ ਦੀਦਾਰ ਪੂਰੇ ਪਾਏ ਸਾ
ਥਾਉ ਨਾਹੀ ਖਾਏਕਾ। ਖਾਏਕਾ ਦਾ ਅਰਥ, ਖਾਏਕਾ ਦਾ ਅਰਥ ਹੈ ਨਿਰੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ। ਹੁਣ ਇੱਥੇ ਖਾਏਕਾ ਦਾ ਅਰਥ ਨਿਰੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ। ਕਿਉਂ ਹੈ? ਕਿਉਂਕਿ ਇਹ ਫਾਰਸੀ ਦਾ ਸ਼ਬਦ ਹੈ, ਇਹ ਫਾਰਸੀ ਭਾਸ਼ਾ ਵਿੱਚੋਂ ਲਿਆ ਗਿਆ ਹੈ। ਅਤੇ ਜਦੋਂ ਤੁਸੀਂ ਫਾਰਸੀ ਭਾਸ਼ਾ ਵਿੱਚ ਖਾਏਕਾ ਕਹੋਗੇ, ਉਹਦਾ ਅਰਥ ਹੋਏਗਾ ਵੀ ਗੱਲਾਂ ਨਾਲ ਗੱਲ ਨਹੀਂ ਬਣਨੀ, ਇਹ ਗੱਪਾਂ ਨਾਲ ਨਹੀਂ ਗੱਲ ਬਣਨੀ। ਜਪਜੀ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਮਹਾਰਾਜ ਨੇ ਆਖਿਆ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸਾ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਹੁਣ ਠੀਸ ਦਾ ਅਰਥ ਕੀ ਹੈ? ਗੱਪ। ਕਹਿੰਦੇ ਨਿਰੀਆਂ ਝੂਠੀਆਂ ਗੱਲਾਂ ਕਰਕੇ ਗੱਪਾਂ ਨਾਲ ਗੱਲ ਨਹੀਂ ਬਣਨੀ। ਜਿਹੜੇ ਸਿਦਕਵਾਨ ਨੇ ਉਹਨਾਂ ਵਾਂਗੂ ਜੀਵਨ ਬਣਾਉਣਾ ਪੈਣਾ ਹੈ। ਜਿਹੜੇ ਸਬਰ ਸੰਤੋਖ ਰੱਖਣ ਵਾਲੇ ਨੇ ਉਹਨਾਂ ਵਾਂਗੂ ਜੀਵਨ ਬਣਾਉਣਾ ਪੈਣਾ ਹੈ। ਨਿਰੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਦੀਦਾਰ ਪੂਰੇ ਪਾਏ ਸਾ। ਉਹ ਪੂਰੇ ਦਾ ਦੀਦਾਰ ਪਾਉਂਦਾ ਜਿਹਦੇ ਅੰਦਰ ਸਬਰ ਹੋਵੇ, ਸੰਤੋਖ ਹੋਵੇ, ਦੈਵੀ ਗੁਣ ਹੋਣ, ਤੇ ਜਿਹਦੇ ਪੱਲੇ ਇਹ ਨਹੀਂ, ਥਾਉ ਨਾਹੀ ਖਾਏਗਾ। ਉਸ ਗੱਪਾਂ ਮਾਰਨ ਵਾਲੇ ਨੂੰ ਕਿਤੇ ਵੀ ਥਾਂ ਨਹੀਂ, ਜਾਂ ਉਹ ਕਿਸੇ ਵੀ ਥਾਂ ਉਹਦਾ ਦੀਦਾਰ ਨਹੀਂ ਕਰ ਸਕਦਾ। ਥਾਉ ਨਾਹੀ ਖਾਏਗਾ, ਉਹਨੂੰ ਕਿਸੇ ਵੀ ਥਾਂ ਤੇ ਉਹਦੇ ਦੀਦਾਰ ਨਹੀਂ ਹੋ ਸਕਦੇ। ਉਹ ਭਾਵੇਂ ਪੂਰਬ ਨੂੰ ਮੂੰਹ ਕਰ ਲਏ, ਭਾਵੇਂ ਪੱਛਮ ਨੂੰ ਕਰ ਲਏ, ਭਾਵੇਂ ਉੱਤਰ ਦੱਖਣ ਨੂੰ ਮੂੰਹ ਕਰ ਲਵੇ, ਉਹ ਭਾਵੇਂ ਆਸਮਾਨ ਨੂੰ, ਭਾਵੇਂ ਧਰਤੀ ਵੱਲ ਮੂੰਹ ਕਰ ਲਵੇ, ਉਹਨੂੰ ਕਿਤੇ ਵੀ ਉਹਦੇ ਦੀਦਾਰ ਨਹੀਂ ਹੋ ਸਕਦੇ, ਜਿਹੜਾ ਨਿਰੀਆਂ ਗੱਲਾਂ ਹੀ ਕਰਨ ਵਾਲਾ ਹੈ। ਗੱਲਾਂ ਗੱਲਾਂ ਦੇ ਵਿੱਚ ਹੀ ਆਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਵਾਲਾ ਹੈ। ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਜੋਗ ਨਹੀਂ ਬਣਨਾ। ਗੱਲਾਂ ਗੱਲਾਂ ਵਿੱਚ ਨਿਤਨੇਮ ਹੋ ਜਾਏਗਾ। ਗੱਲਾਂ ਗੱਲਾਂ ਦੇ ਵਿੱਚ ਆਪਾਂ ਗੁਰਦੁਆਰੇ ਵੀ ਜਾਏ, ਗੱਲਾਂ 'ਚ ਸੰਗਤ ਵੀ ਹੋ ਗਈ, ਗੱਲਾਂ ਗੱਲਾਂ 'ਚ ਸੇਵਾ ਵੀ ਹੋ ਗਈ, ਸਿਮਰਨ ਵੀ ਹੋ ਗਿਆ, ਤੇ ਮਹਾਰਾਜ ਕਹਿੰਦੇ ਫਿਰ ਗੱਲਾਂ ਗੱਲਾਂ 'ਚ ਫਲ ਵੀ ਲੈ ਲਈ। ਜੇ ਤੂੰ ਸਾਰੀਆਂ ਗੱਲਾਂ 'ਚ ਹੀ ਨਿਬੇੜਨਾ ਚਾਹੁੰਦਾ ਤੇ ਫਿਰ ਫਲ ਵੀ ਗੱਲਾਂ ਗੱਲਾਂ 'ਚ ਹੀ ਮਿਲਣਾ। ਫਿਰ ਫਲ ਕਿਵੇਂ ਮਿਲੇਗਾ? ਇਸ ਲਈ ਸਤਿਗੁਰੂ ਮਹਾਰਾਜ, ਜੇ ਆਪਾਂ ਆਪਣੇ ਖਿਆਲਾਂ, ਹੁਣ ਕਿਸਾਨ ਬੈਠਾ ਘਰ ਦੇ ਵਿੱਚ, ਘਰ ਬੈਠਾ ਹੀ ਕਵੇ ਜੀ ਮੈਂ ਹੱਲ ਵਾਹ ਲਿਆ, ਮੈਂ ਪਾਣੀ ਸਿੰਚ ਦਿੱਤਾ, ਮੈਂ ਬੀਜ ਪਾ ਦਿੱਤਾ, ਮੈਂ ਖਾਦ ਪਾ ਦਿੱਤੀ ਹੈ, ਤੇ ਕੀ ਉਹਨੂੰ ਫਲ ਮਿਲ ਜਾਏਗਾ? ਫਸਲ ਮਿਲ ਜਾਏਗੀ? ਫਿਰ ਉਹਨੂੰ ਫਸਲ ਵੀ ਖਿਆਲਾਂ 'ਚ ਹੀ ਮਿਲਣੀ ਹੈ। ਖੇਤਾਂ ਵਿੱਚੋਂ ਫਸਲ ਨਹੀਂ ਮਿਲਣੀ, ਕਿਉਂਕਿ ਖੇਤ ਵਿੱਚ ਤਾਂ ਗਿਆ ਹੀ ਨਹੀਂ, ਬੀਜ ਤਾਂ ਉੱਥੇ ਜਾ ਕੇ ਪਾਇਆ ਹੀ ਨਹੀਂ, ਤੇ ਫਸਲ ਕਿੱਥੋਂ ਹੋਣੀ ਸੀ? ਜਿਹੜਾ ਗੁਰੂ ਦਰ ਤੇ ਆਇਆ ਹੀ ਨਹੀਂ, ਸੰਗਤ ਵਿੱਚ ਆਇਆ ਹੀ ਨਹੀਂ ਹੈ, ਜਿਹਨੇ ਨਾਮ ਦਾ ਭੋਜਨ ਛਕਿਆ ਹੀ ਨਹੀਂ ਹੈ, ਨਿਰੀਆਂ ਗੱਲਾਂ ਵਿੱਚ ਹੀ ਹੈ, ਤੇ ਫਿਰ ਬਖਸ਼ਿਸ਼ ਕਿਵੇਂ ਮਿਲੇਗੀ? ਇਸੇ ਲਈ ਆਖਿਆ ਸੀ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧਰਿਗ ਜੀਵੈ ਧਰਿਗ ਜੀਵਾਸ। ਉਹ ਗੱਲਾਂ ਵਿੱਚ ਭਾਵੇਂ ਜਿੰਨੀ ਮਰਜ਼ੀ ਵੱਡੀਆਂ ਗੱਲਾਂ ਕਰਦੇ ਹੋਣ, ਪਰ ਗੱਲੀ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਐ ਸੋਈ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਕਹਿੰਦੇ ਨੇ ਸਿਦਕ, ਜਿਨ੍ਹਾਂ ਦੇ ਜਿਹੜੇ ਸਿਦਕਵਾਨ ਹੁੰਦੇ ਆ, ਉਹਨਾਂ ਦੇ ਕੋਲ ਹੁੰਦਾ ਹੈ ਸਬਰ, ਉਹਨਾਂ ਕੋਲ ਹੁੰਦਾ ਹੈ ਸਿਦਕ, ਉਹਨਾਂ ਕੋਲ ਸਹਿਨਸ਼ੀਲਤਾ ਹੁੰਦੀ ਹੈ। ਤੇ ਜਿਨ੍ਹਾਂ ਕੋਲ ਸਹਿਨਸ਼ੀਲਤਾ ਹੁੰਦੀ ਹੈ, ਉਹਨਾਂ ਦੈਵੀ ਗੁਣਾਂ ਵਾਲਿਆਂ ਦੇ ਕੋਲ ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਹੁੰਦਾ ਹੈ, ਤੇ ਉਹੀ ਪੂਰੇ ਦੇ ਦੀਦਾਰ ਪਾਉਂਦੇ ਨੇ। ਤੇ ਜਿਹੜੇ ਗੱਲਾਂ ਵਾਲੇ ਨੇ, ਉਹਨਾਂ ਨੂੰ ਕਿਤੇ ਥਾਂ ਤੇ ਉਸ ਮਾਲਕ ਦੇ ਦੀਦਾਰ ਨਹੀਂ ਹੋ ਸਕਦੇ। ਥਾਉ ਨਾਹੀ ਖਾਏਗਾ, ਉਸ ਝੂਠੇ ਬੰਦੇ ਨੂੰ ਕਿਸੇ ਵੀ ਥਾਂ ਤੇ ਉਸ ਮਾਲਕ ਦੇ ਦੀਦਾਰ ਨਹੀਂ ਹੋ ਸਕਦੇ। ਪੌੜੀ ਸਭ ਆਪੇ ਤੁਧ ਉਪਾਏ ਕੈ, ਆਪ ਕਰ ਲਾਈ। ਤੂੰ ਆਪੇ ਵੇਖ ਵਿਗਸਦਾ, ਆਪਣੀ ਵਡਿਆਈ। ਆਰੰਭ ਵਿੱਚ ਹੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਜਿਹੜੀ ਵਾਰ ਹੁੰਦੀ ਆ ਨਾ, ਇਹ ਪੁਰਾਤਨ ਸਮੇਂ 'ਚ ਪੌੜੀਆਂ ਦਾ ਹੀ ਉਚਾਰਨ ਹੁੰਦਾ ਸੀ। ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਇਹ ਸਾਰੀ ਬਾਣੀ ਦੀ ਸੁਧਾਈ ਕਰਵਾ ਕੇ ਰਾਮਸਰ ਦੇ ਅਸਥਾਨ 'ਤੇ ਜਦੋਂ ਇਹ ਬਾਣੀ ਦੀ ਇਕੱਤਰਤਾ ਕਰਾਈ ਹੈ, ਤੇ ਨਾਲ ਨਾਲ ਵਾਰ ਜਿਹੜੀ